जयकारे दी महत्ता। जो बोले सो निहाल, सत श्री अकाल। जिवें खालसे दी फतेह, वाहिगुरु जी का खालसा, वाहिगुरु जी की फतेह एक महान प्रण दी सूचक है। खालसे ਦਾ ਕਰਤਵ ਇਹ ਹੈ ਕਿ ਸੰਸਾਰ ਵਿੱਚ ਉਹ ਦਸ਼ਾ ਪੈਦਾ ਕੀਤੀ ਜਾਏ ਜਿਸ ਨੂੰ ਵਾਹਿਗੁਰੂ ਜੀ ਕੀ ਫਤਿਹ ਦੀ ਦਸ਼ਾ ਕਿਹਾ ਜਾ ਸਕੇ ਤੇ ਉਹ ਦਸ਼ਾ ਹੈ ਨਿਰਭਉ ਤੇ ਨਿਰਵੈਰ ਸੰਸਾਰ ਦੀ। ਤਿਵੇਂ ਹੀ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਵੀ ਇੱਕ ਪ੍ਰਣ ਹੈ। ਇਹ ਇੱਕ ਆਦਰਸ਼ ਹੈ ਜਿਸ ਦਾ ਭਾਵ ਸਪਸ਼ਟ ਕਰਨ ਦਾ ਯਤਨ ਕਰਦਾ ਹਾਂ। ਜੋ ਬੋਲੇ ਦਾ ਭਾਵ ਪੂਰੀ ਤਰ੍ਹਾਂ ਐਵੇਂ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਫਰਜ਼ ਕਰ ਲਓ ਰਾਤ ਦਾ ਵੇਲਾ ਹੈ, ਗੁਆਂਢ ਕਿਸੇ ਨੂੰ ਚੋਰ ਆ ਪਏ ਹਨ ਤੇ ਉਹ ਮਦਦ ਲਈ ਚੀਕ ਮਾਰਦਾ ਹੈ, ਲਲਕਾਰਦਾ ਹੈ, ਜਾਂ ਕਿਤੇ ਅੱਗ ਲੱਗ ਗਈ ਹੈ ਤੇ ਮਦਦ ਲਈ ਚੀਕ ਪੁਕਾਰ ਹੋ ਰਹੀ ਹੈ, ਜਾਂ ਕਿਸੇ ਨਾਲ ਕੋਈ ਧੱਕਾ ਬਦਸਲੂਕੀ ਹੋ ਰਹੀ ਹੈ, ਉਹ ਸਹਾਇਤਾ ਲਈ ਪੁਕਾਰ ਰਿਹਾ ਹੈ। ਉਦੋਂ ਜੋ ਵੀ ਮਨੁੱਖ ਆਪਣੇ ਲਈ ਖਤਰਾ ਮੁੱਲ ਲੈ ਕੇ ਉੱਤਰ ਦਿੰਦਾ ਹੈ ਕਿ ਮੈਂ ਪਹੁੰਚਿਆ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਦੌੜ ਕੇ ਵਾਰਦਾਤ ਵਾਲੀ ਥਾਂ ਤੇ ਪਹੁੰਚਦਾ ਹੈ, ਸਮਝੋ ਕਿ ਉਹ ਬੋਲਿਆ ਹੈ ਉਸ ਰੂਪ ਵਿੱਚ ਜਿਸ ਵਿੱਚ ਖਾਲਸਾਈ ਜੈਕਾਰਾ ਹੈ। ਉਸਨੇ ਸਤਿ ਸ੍ਰੀ ਅਕਾਲ ਲਈ ਭਾਵ ਸੱਚ ਪ੍ਰਸਤੀ ਦੇ ਨਿਆਂ ਲਈ ਖਤਰਾ ਸਹੇੜਿਆ ਹੈ ਤੇ ਵਾਹੋ ਦਾ ਹੀ ਨਿਆਂ ਤੇ ਸੱਚ ਲਈ ਦੌੜ ਪਿਆ ਹੈ। ਇਹ ਹੈ ਬੋਲੇ ਦੀ ਦਸ਼ਾ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਵਿੱਚ ਹੈ। ਇਹ ਖਾਲਸਾਈ ਜੈਕਾਰਾ ਹੈ, ਫਤਿਹ ਦਾ ਜੈਕਾਰਾ ਹੈ। ਇਹ ਜੈਕਾਰਾ ਖਾਲਸਾ ਯੁੱਧ ਸਮੇਂ ਲਗਾਉਂਦਾ ਹੈ, ਪਰ ਇਸ ਦਾ ਭਾਵ ਇਹੋ ਹੈ ਕਿ ਖਾਲਸਾ ਕੇਵਲ ਹੱਕ ਦੀ ਲੜਾਈ ਲੜਦਾ ਹੈ। ਖਾਲਸਾ ਕੇਵਲ ਨਿਆਂ ਤੇ ਸੱਚਾਈ ਲਈ ਇਹ ਜੈਕਾਰਾ ਲਗਾ ਕੇ ਯੁੱਧ ਲਈ ਚੜ੍ਹਾਈ ਕਰਦਾ ਹੈ ਜਾਂ ਜੂਝਦਾ ਹੈ। ਖਾਲਸਾ ਧੱਕਾ ਕਰਨ ਲਈ, ਕੋਈ ਪਦਾਰਥਕ ਮਲ ਮਾਰਨ ਲਈ ਜਾਂ ਕੋਈ ਅਨਿਆਂ ਕਮਾਉਣ ਲਈ ਇਹ ਜੈਕਾਰਾ ਨਹੀਂ ਲਗਾ ਸਕਦਾ। ਇਹ ਜੈਕਾਰੇ ਦੀ ਜ਼ਰੂਰੀ ਸ਼ਰਤ ਸਤਿ ਸ੍ਰੀ ਅਕਾਲ ਹੈ। ਇਹ ਜੈਕਾਰਾ ਕੇਵਲ ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ ਲਈ ਹੀ ਲਗਾਇਆ ਜਾ ਸਕਦਾ ਹੈ। ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸ੍ਰੀ ਅਕਾਲ ਦਾ ਇੱਕੋ ਹੀ ਭਾਵ ਹੈ। ਵਾਹਿਗੁਰੂ ਜੀ ਕੀ ਫਤਿਹ ਤਦ ਹੀ ਹੋਵੇਗੀ ਜੇ ਸਤਿ ਸ੍ਰੀ ਅਕਾਲ ਦਾ ਬੋਲਬਾਲਾ ਹੋਵੇਗਾ। ਪੂਰਨ ਸੱਚਾਈ ਦਾ ਬੋਲਬਾਲਾ ਕਰਨ ਲਈ ਖਾਲਸੇ ਨੇ ਜੂਝਣਾ ਹੈ। ਜਿੱਥੇ ਵੀ ਵਾਹਿਗੁਰੂ ਜੀ ਕੀ ਫਤਿਹ ਵਿੱਚ ਕੋਈ ਵਿਘਨ ਪੈ ਰਿਹਾ ਹੈ, ਖਾਲਸੇ ਨੇ ਉੱਥੇ ਪਹੁੰਚਣਾ ਹੈ, ਸੱਚ ਕਹਿਣਾ ਤੇ ਜੂਝਣਾ ਹੈ। ਵਾਹਿਗੁਰੂ ਜੀ ਕੀ ਫਤਿਹ ਦੀ ਦਸ਼ਾ ਵਿੱਚ ਉਹ ਹਾਲਾਤ ਹੀ ਬਾਧਕ ਹਨ ਜੋ ਉਸਦੇ ਸਰੂਪ ਦੇ ਪ੍ਰਤੀਕੂਲ ਹਨ। ਵਾਹਿਗੁਰੂ ਜੀ ਦਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਮੰਨਿਆ ਹੈ, ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹੰਜੈ, ਰੂਪ ਰੰਗ ਅਰ ਰੇਖ ਪੇਖ ਕਹੂ ਕਹਿ ਨਾ ਸਕਤ ਕੇ। ਪਹਿਲਾਂ ਕੇਵਲ ਇਹ ਦੋ ਸਤਰਾਂ ਹੀ ਵਿਚਾਰਦੇ ਹਾਂ। ਵਾਹਿਗੁਰੂ ਜੀ ਕੀ ਫਤਿਹ ਦੀ ਦਸ਼ਾ ਉਹ ਹੈ ਜਿੱਥੇ ਚੱਕਰ ਚਹਿਨ, ਬਰਨ ਜਾਤ, ਰੂਪ ਰੰਗ, ਰੇਖ ਭੇਖ ਦੇ ਆਧਾਰ ਤੇ ਵਿਤਕਰੇ, ਵੰਡੀਆਂ, ਅਨਿਆਂ, ਧੱਕਾ, ਜ਼ਬਰ, ਜ਼ੁਲਮ ਨਹੀਂ ਹੁੰਦਾ, ਸਗੋਂ ਅਨੇਕਤਾ ਵਿਚਲੀ ਏਕਤਾ ਦਾ ਸਤਿਕਾਰ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕੀ ਫਤਿਹ ਦੀ ਘੜੀ ਉਹ ਹੋਵੇਗੀ ਜਿੱਥੇ ਕੇਵਲ ਇਨਸਾਨ ਇਨਸਾਨ ਨਾਲ ਕੇਵਲ ਉਸਦੇ ਵੱਖਰੇ ਚੱਕਰ ਚਹਿਨ, ਬਰਨ, ਜਾਤ, ਰੂਪ ਰੰਗ ਤੇ ਰੇਖ ਭੇਖ ਕਰਕੇ ਵੈਦ ਵਿਰੋਧ ਨਹੀਂ ਕਰਦਾ। ਪਰ ਸੰਸਾਰ ਵਿੱਚ ਇਹ ਵੰਡੀਆਂ ਕਿੰਨੀਆਂ ਪ੍ਰਬਲ ਹਨ ਤੇ ਇਹਨਾਂ ਨੇ ਸਾਰੇ ਸੰਸਾਰ ਨੂੰ ਕਿੰਨਾ ਔਖਾ ਕਰ ਰੱਖਿਆ ਹੈ। ਸੰਸਾਰ ਵੰਡਿਆ ਪਿਆ ਹੈ ਇਹਨਾਂ ਦੇ ਆਧਾਰ ਤੇ ਹੀ। ਪਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਵਾਹਿਗੁਰੂ ਜੀ ਕੀ ਫਤਿਹ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਦਿੱਤੇ, ਉਹ ਤਾਂ ਇਹ ਦੱਸ ਰਹੇ ਹਨ ਕਿ ਵਾਹਿਗੁਰੂ ਦਾ ਕੋਈ ਵਿਸ਼ੇਸ਼ ਚੱਕਰ ਚਹਿਨ, ਬਰਨ, ਜਾਤ, ਰੂਪ ਰੰਗ ਤੇ ਰੇਖ ਭੇਖ ਨਹੀਂ ਹੈ। ਭਾਵ ਸਾਰੇ ਚੱਕਰ ਚਹਿਨ, ਬਰਨ, ਜਾਤ, ਰੂਪ ਰੰਗ ਤੇ ਰੇਖ ਭੇਖ ਉਸਦੇ ਹਨ ਕਿਉਂਕਿ ਉਹ ਸਭ ਵਿੱਚ ਵਿਆਪਕ ਹੈ। ਜਿਵੇਂ ਸਹਿਸ ਤਵ ਨੈਣ ਹਨ ਪਰ ਨਨ ਨੈਣ ਹੈ ਤੋਏ ਹੈ। ਉਸਦੇ ਹਜ਼ਾਰਾਂ ਨੈਣ ਹਨ ਪਰ ਕੋਈ ਵੀ ਉਸਦਾ ਨੈਣ ਨਹੀਂ। ਭਾਵ ਸਾਰੇ ਜੀਵਾਂ ਦੇ ਨੈਣ ਉਸਦੇ ਹੀ ਨੈਣ ਹਨ ਕਿਉਂਕਿ ਹਰ ਜੀਵ ਵਿੱਚ ਉਹ ਬਿਰਾਜਮਾਨ ਹੈ, ਪਰ ਉਸਦਾ ਵਿਸ਼ੇਸ਼ ਨੈਣ ਕੋਈ ਵੀ ਨਹੀਂ, ਉਸਦਾ ਆਪਣਾ ਸਰੀਰ ਕੋਈ ਵੀ ਨਹੀਂ। ਤਿਵੇਂ ਹੀ ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਮਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਮ ਚਲਤ ਮੋਹੀ। ਇਸੇ ਤਰ੍ਹਾਂ ਸੰਸਾਰ ਤੇ ਜੋ ਵੀ ਚੱਕਰ ਚਹਿਨ, ਬਰਨ, ਜਾਤ, ਰੂਪ ਰੰਗ ਤੇ ਰੇਖ ਭੇਖ ਦਿਸਦੇ ਹਨ, ਸਭ ਵਾਹਿਗੁਰੂ ਜੀ ਦੇ ਹਨ, ਪਰ ਵਾਹਿਗੁਰੂ ਜੀ ਦਾ ਕੋਈ ਵਿਸ਼ੇਸ਼ ਜਾਤੀ, ਚੱਕਰ ਚਹਿਨ ਆਦਿ ਨਹੀਂ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜਦੋਂ ਤੀਕ ਚੱਕਰ ਚਹਿਨ, ਬਰਨ, ਜਾਤ, ਰੂਪ ਰੰਗ ਤੇ ਰੇਖ ਭੇਖ ਦੇ ਆਧਾਰ ਤੇ ਵੈਰ, ਵੰਡੀਆਂ, ਧੱਕੇ, ਜ਼ਬਰ ਹੋ ਰਹੇ ਹਨ,
ਉਦੋਂ ਤੀਕ ਖਾਲਸੇ ਨੇ ਯਤਨ ਕਰਨਾ ਹੈ ਕਿ ਵਾਹਿਗੁਰੂ ਜੀ ਕੀ ਫਤਿਹ ਦੀ ਘੜੀ ਆਵੇ, ਸਗੋਂ ਉਸਨੇ ਯੁੱਧ ਕਰਨਾ ਹੈ ਕਿ ਇਹ ਵੰਡ ਵਿਤਕਰਾ ਹਟੇ। ਜਾਪਾਨੀ ਚੱਕਰ ਚਿਹਨ ਹੋਰ ਹਨ, ਯੂਰਪੀ ਚੱਕਰ ਚਿਹਨ ਹੋਰ ਹਨ, ਅਰਬੀ ਹੋਰ ਹਨ, ਅਫਰੀਕੀ ਹੋਰ ਹਨ, ਪਰ ਇਹ ਸਾਰੇ ਚੱਕਰ ਚਿਹਨ ਹਨ ਵਾਹਿਗੁਰੂ ਜੀ ਦੇ। ਤਾਂ ਇਹਨਾਂ ਦੇ ਆਧਾਰ ਤੇ ਘ੍ਰਿਣਾ, ਵੈਰ ਵਿਰੋਧ ਤੇ ਧੱਕਾ ਵਾਹਿਗੁਰੂ ਵਿਰੁੱਧ ਜ਼ੁਲਮ ਹੈ। ਖਾਲਸਾ ਵਾਹਿਗੁਰੂ ਦੀ ਆਪਣੀ ਫੌਜ ਹੈ ਤੇ ਜਿੱਥੇ ਵੀ ਮਨੁੱਖਤਾ ਇਹਨਾਂ ਵੰਡਾਂ ਦੇ ਆਧਾਰ ਤੇ ਕੁਚਲੀ ਜਾ ਰਹੀ ਹੈ, ਖਾਲਸੇ ਨੇ ਉਸ ਮਨੁੱਖਤਾ ਦੇ ਭਾਗ ਦੀ ਚੀਖ ਪੁਕਾਰ ਸੁਣਨੀ ਹੈ ਤੇ ਦੌੜ ਦੌੜ ਕੇ ਉੱਥੇ ਸਹਾਇਤਾ ਲਈ ਪਹੁੰਚਣਾ ਹੈ। ਐਸੀ ਸਹਾਇਤਾ ਵਿੱਚ ਆਪਣੀ ਜਾਨ ਭਾਵੇਂ ਲੱਗ ਜਾਵੇ। ਐਵੇਂ ਹੀ ਜਿੱਥੇ ਵੀ ਬਰਨ ਜਾਤ ਦਾ ਵਿਤਕਰਾ ਹੋ ਰਿਹਾ ਹੈ, ਗੋਰੇ ਰੰਗ ਵਾਲੇ ਕਾਲੇ ਰੰਗ ਵਾਲੇ ਨੂੰ ਮਾਰ ਕੁੱਟ ਰਹੇ ਹਨ, ਉੱਥੇ ਵਾਹਿਗੁਰੂ ਜੀ ਦਾ ਨਿਰਾਦਰ ਹੋ ਰਿਹਾ ਹੈ, ਕਿਉਂਕਿ ਉਸ ਦਾ ਕੋਈ ਵਿਸ਼ੇਸ਼ ਰੰਗ ਨਹੀਂ ਹੈ। ਉਹ ਤਾਂ ਗੋਰਿਆਂ ਵਿੱਚ ਵੀ ਹੈ ਤੇ ਕਾਲਿਆਂ ਵਿੱਚ ਵੀ। ਫਿਰ ਉੱਥੇ ਕਾਲਿਆਂ ਦੀ ਪੁਕਾਰ ਹੋ ਰਹੀ ਹੈ ਤੇ ਖਾਲਸੇ ਨੇ ਉਸ ਚੀਖ ਪੁਕਾਰ ਦਾ ਉੱਤਰ ਦੇਣਾ ਹੈ ਕਿ ਪਹੁੰਚੇ। ਇਹ ਹੈ ਜੋ ਬੋਲੇ ਸੋ ਨਿਹਾਲ ਦਾ ਪ੍ਰਣ ਪੂਰਾ ਕਰਨਾ। ਜਿੱਥੇ ਆਪਣੇ ਦੇਸ਼ ਵਿੱਚ ਹੀ ਬਰਨ ਰੰਗ ਜਾਤ ਕਰਕੇ ਵਿਤਕਰਾ ਹੋ ਰਿਹਾ ਹੈ, ਧੱਕਾ ਹੋ ਰਿਹਾ ਹੈ, ਇਹ ਵਾਹਿਗੁਰੂ ਜੀ ਕੀ ਫਤਿਹ ਵਾਲੀ ਹਾਲਤ ਨਹੀਂ, ਇਹ ਤਾਂ ਵਾਹਿਗੁਰੂ ਜੀ ਦੇ ਨਿਰਾਦਰ ਵਾਲੀ ਗੱਲ ਹੈ। ਖਾਲਸਾ ਵਾਹਿਗੁਰੂ ਜੀ ਦੀ ਫੌਜ ਹੈ ਤੇ ਉਸਨੇ ਝੱਟ ਉੱਠ ਕੇ ਉੱਥੇ ਪੁੱਜਣਾ ਹੈ ਜਿੱਥੇ ਧੱਕਾ ਹੋ ਰਿਹਾ ਹੈ। ਇਹ ਹੈ ਚੀਕ ਪੁਕਾਰ ਸੁਣ ਕੇ ਬੋਲਣਾ। ਜੋ ਬੋਲੇ ਸੋ ਨਿਹਾਲ, ਉਸ ਧੱਕੇ ਨੂੰ ਬੰਦ ਕਰਨਾ ਹੀ ਸਤਿ ਸ੍ਰੀ ਅਕਾਲ ਹੈ ਤੇ ਵਾਹਿਗੁਰੂ ਜੀ ਕੀ ਫਤਿਹ ਹੈ। ਰੇਖ ਭੇਖ ਦੇ ਆਧਾਰ ਤੇ ਸਾਰੇ ਸੰਸਾਰ ਵਿੱਚ ਕਿਤੇ ਨਾ ਕਿਤੇ ਧੱਕਾ ਹੁੰਦਾ ਹੀ ਰਹਿੰਦਾ ਹੈ। ਆਪਣੇ ਦੇਸ਼ ਅਰ ਗੁਆਂਢ ਵਿੱਚ ਧਰਮ ਤੇ ਧਾਰਮਿਕ ਭੇਖਾਂ ਕਾਰਨ ਧੱਕਾ ਹੁੰਦਾ ਰਹਿੰਦਾ ਹੈ। ਧਾਰਮਿਕ ਭੇਖਾਂ ਦੇ ਆਧਾਰ ਤੇ ਝਗੜੇ ਲੜਾਈ ਤੀਖ ਹੁੰਦੇ ਰਹਿੰਦੇ ਹਨ। ਇਹ ਵਾਹਿਗੁਰੂ ਜੀ ਕੀ ਫਤਿਹ ਵਾਲੀ ਦਸ਼ਾ ਨਹੀਂ ਹੈ, ਇਹ ਤਾਂ ਵਾਹਿਗੁਰੂ ਜੀ ਦੇ ਨਿਰਾਦਰ ਵਾਲੀ ਦਸ਼ਾ ਹੈ। ਖਾਲਸਾ ਵਾਹਿਗੁਰੂ ਜੀ ਦੀ ਫੌਜ ਹੈ। ਫਿਰ ਉਸਨੇ ਮਜ਼ਲੂਮ ਦੀ ਚੀਖ ਪੁਕਾਰ ਸੁਣ ਕੇ ਬੋਲਣਾ ਹੈ ਤੇ ਇਹ ਧੱਕਾ ਦੂਰ ਕਰਨਾ ਹੈ। ਇਹ ਹੈ ਜੋ ਬੋਲੇ ਸੋ ਨਿਹਾਲ। ਇਹ ਧੱਕਾ ਜਦੋਂ ਦੂਰ ਹੋ ਜਾਏ, ਉਹ ਦਸ਼ਾ ਹੀ ਸਤਿ ਸ੍ਰੀ ਅਕਾਲ ਦੀ ਦਸ਼ਾ ਹੈ। ਸੋ ਇਹ ਜੈਕਾਰਾ ਖਾਲਸੇ ਲਈ ਕਿੰਨੀ ਭਾਰੀ ਜ਼ਿੰਮੇਵਾਰੀ ਦਾ ਸੂਚਕ ਹੈ। ਖਾਲਸੇ ਨੇ ਉਦੋਂ ਬੋਲਣਾ ਹੈ ਜਦੋਂ ਕਿਤੇ ਅਨਿਆਂ, ਧੱਕਾ, ਜ਼ਬਰ ਹੁੰਦਾ ਹੈ ਤੇ ਬੋਲ ਕੇ ਉਸ ਧੱਕੇ ਨੂੰ ਦੂਰ ਕਰਨ ਲਈ ਚੜ੍ਹਾਈ ਕਰਨੀ ਹੈ। ਨਿਆਂ ਤੇ ਸੱਚਾਈ ਲਈ ਲੜਨਾ ਮਰਨਾ ਹੈ। ਜੈਕਾਰੇ ਦਾ ਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਸ਼ਬਦਾਂ ਵਿੱਚ ਵੀ ਹੈ। ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਭੂ ਨਾ ਡਰੋ। ਨਾ ਡरो अर सो जब जाए लरो, निश्चय कर अपनी जीत करो। अर सिख हूँ अपने ही मन को, एह लालच हो गुण तो उचरो। जब आव की औद निधान बने, अत ही रन मैं तब जूझ मरो। ਇਹ ਹੈ ਠੀਕ ਬੋਲੇ ਦਾ ਰੂਪ ਜੋ ਬੋਲੇ। ਜਦੋਂ ਵੀ ਵਾਹਿਗੁਰੂ ਦੇ ਅਰ ਨਾਲ ਲੜਨ ਦਾ ਮੌਕਾ ਆ ਬਣਿਆ ਹੈ, ਉਦੋਂ ਹੀ ਅਨਿਆਂ ਦੇ ਵਿਰੁੱਧ ਬੋਲ ਪੈਣਾ, ਕਮਰ ਕੱਸਾ ਕਰ ਲੈਣਾ, ਚੜ੍ਹਾਈ ਕਰ ਦੇਣੀ ਤੇ ਜੂਝ ਜਾਣਾ। ਇਹ ਹੈ ਬੋਲਣਾ। ਇਹ ਖਾਲਸਾ ਜ਼ਰੂਰ ਨਿਹਾਲ ਮੁਕਤ ਹੋਵੇਗਾ ਜੋ ਇਹਨਾਂ ਹਾਲਾਤਾਂ ਵਿੱਚ ਬੋਲਦਾ ਹੈ ਤੇ ਜੂਝਦਾ ਹੈ। ਨਿਰਭਉ ਤੇ ਨਿਰਵੈਰ ਦੁਨੀਆ ਵਾਹਿਗੁਰੂ ਜੀ ਕੀ ਫਤਿਹ ਵਾਲੀ ਦੁਨੀਆ ਹੈ। ਅਚਲ ਮੂਰਤ ਅਨਭਉ ਪ੍ਰਕਾਸ਼ ਵਾਲੀ ਦੁਨੀਆ ਹੈ। ਇਹ ਦੁਨੀਆ ਹੀ ਮਨੁੱਖ ਦੀ ਕਲਪਨਾ ਹੈ। ਇਸ ਦੁਨੀਆ ਦੀ ਉਡੀਕ ਤੇ ਹੀ ਮਨੁੱਖ ਜੀ ਰਿਹਾ ਹੈ। ਇਹ ਉਹ ਦੁਨੀਆ ਹੈ ਜਦੋਂ ਕੇਵਲ ਵਾਹਿਗੁਰੂ ਹੀ ਤ੍ਰਿਭਵਨ ਮਹੀਪ ਮੰਨਿਆ ਗਿਆ ਹੈ, ਜਦੋਂ ਸਤਿ ਸ੍ਰੀ ਅਕਾਲ ਮੰਨਿਆ ਗਿਆ ਹੈ। ਸ਼ਾਇਦ ਇਹ ਹੈ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ ਦਾ ਭਾਵ ਧੰਨਵਾਦ ਸਹਿਤ ਜੈਕਾਰੇ ਦੀ ਮਹੱਤਤਾ। ਡਾਕਟਰ ਤਾਰਨ ਸਿੰਘ।